ਵਿਸ਼ੇਸ਼ ਪ੍ਰੋਗਰਾਮ ਨੂੰ ਸਵੇਰ ਸਾਂਝ ਲੈ ਕੇ ਦਰਸ਼ਕਾਂ ਦੇ ਰੂਬਰੂ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਵੱਲੋਂ ਖੇਡੇ ਜਾਣ ਵਾਲੇ ਸਿੱਖ ਕਾਰਡ ਦੀ ਗੱਲ ਕਰਾਂਗੇ। ਅਸੀਂ ਕਿਸਾਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਤੇ ਗੱਲ ਕਰਾਂਗੇ ਸੁਖਬੀਰ ਬਾਦਲ ਦੇ ਬੀਤੇ ਦਿਨ ਦਿੱਤੇ ਕੁਝ ਮਹੱਤਵਪੂਰਨ ਬਿਆਨਾਂ ਦੀ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ। ਉਹ ਕਿਸਾਨ ਜਿਹੜੇ ਬੀਤੇ 1 ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਸਨ, ਜਿਨ੍ਹਾਂ ਨੇ ਮੋਦੀ ਸਰਕਾਰ ਖਿਲਾਫ ਇੱਕ ਸੰਘਰਸ਼ ਦੀ ਇੱਕ ਅੰਦੋਲਨ ਦੀ ਜਿਹੜੀ ਸ਼ੁਰੂਆਤ ਕੀਤੀ ਸੀ, ਉਸ ਅੰਦੋਲਨ ਦੇ ਵਿੱਚ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਹੈ। ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਗਏ ਸਨ, ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਰੋਹ ਅੱਗੇ ਚੁੱਕਦਿਆਂ ਮੋਦੀ ਸਰਕਾਰ ਨੂੰ ਉਹ ਕਾਲੇ ਕਾਨੂੰਨ ਜਿਹੜੇ ਨੇ ਰੱਦ ਕਰਨੇ ਪਏ ਨੇ। ਕਿਸਾਨ 11 ਤਰੀਕ ਤੋਂ ਘਰ ਵਾਪਸੀ ਦਾ ਫੈਸਲਾ ਕਰ ਚੁੱਕੇ ਨੇ। 11 ਤਰੀਕ ਤੋਂ ਦਿੱਲੀ ਦੇ ਬਾਰਡਰਾਂ ਤੋਂ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਨੇ। ਹਰਿਆਣਾ, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਕਰਨਾਟਕਾ, ਹੋਰ ਵੱਖ-ਵੱਖ ਥਾਵਾਂ ਤੇ ਰਾਜਸਥਾਨ ਤੇ ਜਿੱਥੋਂ ਇਹ ਕਿਸਾਨ ਚੱਲੇ ਸਨ ਅਤੇ ਹੁਣ ਇਹ ਕਿਸਾਨ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ। ਥਾਂ ਤੇ ਫੁੱਲਾਂ ਦੀ ਵਰਖਾ ਕਰਕੇ ਇਹਨਾਂ ਦਾ ਸਵਾਗਤ ਜਿਹੜਾ ਉਹ ਸਥਾਨਕ ਲੋਕਾਂ ਵੱਲੋਂ ਕੀਤਾ ਜਾ ਰਿਹਾ। ਤਾਂ ਗੱਲ ਅਸੀਂ ਆਪਣੀ ਉਸ ਚਰਚਾ ਦੀ ਖਬਰ ਦੀ ਗੱਲ ਕਰਦੇ ਹਾਂ ਜਿਹੜੀ ਅੱਜ ਦੇ ਦਿਨ ਦੀ ਮਹੱਤਵਪੂਰਨ ਖਬਰ ਹੈ। 11 ਤਰੀਕ ਨੂੰ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਨੇ ਘਰ ਵਾਪਸੀ ਦਾ ਐਲਾਨ ਕੀਤਾ ਸੀ। ਫਤਿਹ ਮਾਰਚ ਅਰਦਾਸ ਕੀਤੀ ਗਈ। ਅਰਦਾਸ ਕਰਨ ਤੋਂ ਬਾਅਦ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਸਨ ਪੰਜਾਬ ਵੱਲ ਰਵਾਨਾ ਹੋਈਆਂ। ਬਾਕੀ ਜਥੇਬੰਦੀਆਂ ਆਪੋ ਆਪਣੇ ਰਾਜਾਂ ਨੂੰ। ਤਾਂ ਪੰਜਾਬ ਦੀਆਂ ਜਿਹੜੀਆਂ 32 ਜਥੇਬੰਦੀਆਂ ਸਨ, ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ 13 ਤਰੀਕ ਨੂੰ ਸੋਮਵਾਰ ਜਾਣੀ ਕਿ ਅੱਜ ਉਹ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰਨਗੇ। ਇਹ ਗੁਰਬਾਣੀ ਦੀ ਤੁਕ ਹੈ, ਹੋ ਆਇਆ ਦੂਰੋਂ ਚੱਲ ਕੇ ਮੇਰੀ ਤੱਕੀ ਤੋਂ ਸਰਦਾਈ ਜੀਓ। ਇਸ ਦੇ ਮਹਾਂਵਾਕ ਜਿਹੜਾ ਅਨੁਸਾਰ ਹੈ, ਇਹ ਕਿਸਾਨ ਜਥੇਬੰਦੀਆਂ ਤੇ 32 ਆਗੂ ਜਿਹੜੇ ਨੇ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਂ ਜਿਨ੍ਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮਜ਼ਦੂਰਾਂ ਨੇ ਇੱਕ ਲੜਾਈ ਜਿਹੜੀ ਹੈ ਸ਼ਾਂਤਮਈ ਤਰੀਕੇ ਨਾਲ ਲੜੀ ਹੈ। ਕਈ ਚਿਹਰੇ ਨੇ ਇਹਨਾਂ 32 ਚਿਹਰਿਆਂ ਵਿੱਚ ਬਲਬੀਰ ਸਿੰਘ ਰਾਜੇਵਾਲ ਤੋਂ ਲੈ ਕੇ ਦਰਸ਼ਨਪਾਲ, ਜੋਗਿੰਦਰ ਸਿੰਘ ਰਾਹਾਂ, ਗੁਰਦਾਮ ਸਿੰਘ, ਰੁਲਦੂ ਸਿੰਘ ਮਾਨ ਸਾਹਿਬ, ਬਹੁਤ ਚਿਹਰੇ ਨੇ ਨਾਮ ਨੇ, ਕਈਆਂ ਨਾਮ ਕੋ ਨਹੀਂ ਵੀ ਲੈ ਜਾ ਸਕਦੇ ਜਾਂ ਮੇਰੇ ਜੇਨ 'ਚ ਨਹੀਂ ਹਨ। ਸਾਰੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਆਪਣੀ ਜਿੱਤ ਜਿਹੜੀ ਕਿਸਾਨਾਂ ਦੀ ਜਿੱਤ, ਮਜ਼ਦੂਰਾਂ ਦੀ ਜਿਹੜੀ ਜਿੱਤ ਹੋਈ ਆ ਉਸ ਵਾਸਤੇ ਵਾਹਿਗੁਰੂ ਦਾ ਸ਼ੁਕਰਾਨਾ ਜਿਹੜਾ ਉਹ ਕਰਨਗੇ। ਹਮੇਸ਼ਾ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਹਰ ਵਿਅਕਤੀ ਦੀ ਆਸਥਾ ਜਿਹੜੀ ਹੈ ਉਹ ਹਰਿਮੰਦਰ ਸਾਹਿਬ 'ਚ ਰਹੀ ਹੈ, ਚਾਹੇ ਕਿਸੇ ਅੰਦੋਲਨ ਦੀ ਸ਼ੁਰੂਆਤ ਹੋਵੇ ਜਾਂ ਅੰਦੋਲਨ ਤੋਂ ਸਮਾਪਤੀ ਤੋਂ ਬਾਅਦ ਹੋਵੇ। ਹਰ ਅੰਦੋਲਨਕਾਰੀ ਅਸੀਂ ਕਹਿ ਸਕਦੇ ਹਰ ਵਿਅਕਤੀ, ਜੇ ਜਨ ਸਧਾਰਨ ਦੀ ਗੱਲ ਕਰੀਏ ਤਾਂ ਹਰ ਜਨ ਸਧਾਰਨ ਨੂੰ ਆਪਣੇ ਜੀਵਨ ਦਾ ਜਿਹੜਾ ਮੁੱਢਲਾ ਪਾਂਦਾ ਉਹ ਵੀ ਦਰਬਾਰ ਸਾਹਿਬ ਦੀ ਛਤਰਛਾਇਆ ਹੇਠ ਹੀ ਜਿਹੜਾ ਸਟਾਰਟ ਕਰਨਾ ਚਾਹੁੰਦਾ ਤੇ ਆਪਣਾ ਅੰਤ ਵੀ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਹੀ ਉਹ ਆਪਣਾ ਅੰਤਮ ਸਫ਼ਰ ਨੂੰ ਜਿਹੜਾ ਉਹ ਵੇਖਣਾ ਚਾਹੁੰਦਾ ਆ। ਤਾਂ ਕਿਸਾਨਾਂ ਦੀ ਇਹ ਜਿਹੜੀ ਬੜੀ ਮਹੱਤਵਪੂਰਨ ਜਿੱਤ ਆ, ਇਹ ਜਿੱਤ ਹੋਈ ਵੀ ਉਸ ਦਿਨ ਜਦੋਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਸੀ। ਤਾਂ ਉਸ ਵਕਤ ਮੋਦੀ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਲਾਈਵ ਹੋ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ। ਸੋ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੀਆਂ, ਸ਼ੁਕਰਾਨਾ ਕਰਨਗੀਆਂ ਵਾਹਿਗੁਰੂ ਦਾ। ਤਾਂ ਫਿਰ ਪੰਜਾਬ ਆਪਣੀਆਂ ਪੁਰਾਣੀਆਂ ਲੀਹਾਂ ਤੇ ਆਪਣੇ ਪੁਰਾਣੇ ਕੰਮ ਧੰਦਿਆਂ ਤੇ ਪੂਰਨ ਤੌਰ ਤੇ ਤੁਰ ਪਏਗਾ, ਕਿਉਂਕਿ ਬੀਤੇ 1 ਸਾਲ ਤੋਂ ਬਹੁਤ ਕੁਝ ਪਿੰਡਾਂ ਦੇ ਵਿੱਚ ਇਹੋ ਜਿਹਾ ਕਿਸਾਨਾਂ ਨਾਲ ਸੰਬੰਧਿਤ ਬੰਦ ਪਿਆ ਆ ਕਿ ਉਹ ਹੁਣ ਇੱਕ ਨਵੇਂ ਯੁੱਗ ਦੀ ਜਿਹੜੀ ਸ਼ੁਰੂਆਤ ਹੈ ਉਹ ਹੁਣ ਕਿਸਾਨਾਂ ਵੱਲੋਂ ਅੱਜ ਤੋਂ ਬਾਅਦ ਜਿਹੜੀ ਕੀਤੀ ਜਾਏਗੀ। ਪੰਜਾਬ ਕੰਮ ਧੰਦਿਆਂ ਵਿੱਚ ਰੁੱਝ ਜਾਵੇਗਾ, ਅੰਦੋਲਨ ਮੁਕਤ ਹੋ ਜਾਵੇਗਾ। ਕਿਉਂਕਿ ਅੰਦੋਲਨ ਜੋ ਮਰਜ਼ੀ ਕਹਿ ਲਓ, ਅੰਦੋਲਨ ਜੋ ਲੋਕ ਅੰਦੋਲਨਕਾਰੀ ਹੁੰਦੇ ਨੇ ਉਹਨਾਂ ਨੂੰ ਕਿਹੋ ਜਿਹੀਆਂ ਮੁਸ਼ਕਿਲਾਂ, ਕਿਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਇਹ ਤਾਂ ਕੇਵਲ ਉਹ ਜਾਣਦੇ ਨੇ। ਮੇਰੇ ਜਾਂ ਤੁਹਾਡੇ ਵਰਗੇ ਬੈਠ ਕੇ ਬੰਦੇ ਬੈਠੇ ਜਿਹੜੇ ਦੂਰੋਂ ਉਹਨਾਂ ਤੇ ਚਰਚਾ ਕਰ ਸਕਦੇ ਆ, ਪਰ ਉਹਨਾਂ ਨੇ ਇਹਨਾਂ 378 ਦਿਨਾਂ ਵਿੱਚ ਕਿਹੜੀਆਂ ਦਿੱਲੀ ਬਾਰਡਰ ਤੇ ਮਾਫ ਦਿੱਲੀ ਬਾਰਡਰ ਤੇ ਕਿਹੜੀਆਂ ਮੁਸੀਬਤਾਂ ਨੂੰ ਚੱਲਿਆ, ਕਿਹੜੇ ਲੋਕਾਂ ਦੇ ਤਾਨੇ ਮਿਹਣੇ ਸੁਣੇ, ਕਿਹੜੇ ਲਕਬ ਉਹਨਾਂ ਵਾਸਤੇ, ਚਾਹੇ ਗੋਦੀ ਮੀਡੀਆ ਸੀ ਚਾਹੇ ਹੋਰ, ਉਹਨਾਂ ਨੇ ਵਰਤਿਆ। ਪਰ ਕਿਸਾਨਾਂ ਨੇ ਇੱਕ ਸ਼ਾਂਤਮਈ ਧਰਨਾ ਜਿਹੜਾ ਉਹ ਕਹਿੰਦੇ ਅੰਦੋਲਨ ਦੀ ਸ਼ੁਰੂਆਤ ਕਰਦੇ ਹੋਏ ਇੱਕ ਅਜਿਹੀ ਅਸੀਂ ਕਹਿੰਦੇ ਇਤਿਹਾਸ ਸਿਰਜਿਆ ਜਿਸ ਦਾ ਰਹਿੰਦੀ ਦੁਨੀਆ ਤੱਕ ਜਿਹੜਾ ਉਹ ਨਾਮ ਰਹੇਗਾ। ਤਾਂ ਉਹਨਾਂ ਮੁਸੀਬਤਾਂ ਨੂੰ ਕੇਵਲ ਉਹ ਲੋਕ ਹੀ ਜਾਣਦੇ ਨੇ ਜਿਨ੍ਹਾਂ ਨੇ ਉੱਥੇ ਬਾਰਡਰਾਂ ਤੇ ਰਹਿ ਕੇ ਦਿਨ ਰਾਤ ਉਹਨਾਂ ਝੱਖੜ ਹਨੇਰੇ ਨੂੰ ਆਪਣੇ ਪਿੰਡੇ ਤੇ ਚੱਲਿਆ। ਤੇ ਇਸ ਕਿਸਾਨ ਸੰਘਰਸ਼ ਵਿੱਚ 600 ਦੇ ਕਰੀਬੀ ਜਿਹੜੇ ਕਿਸਾਨ ਸ਼ਹੀਦ ਹੋ ਗਏ। ਸੋ ਬਹੁਤ ਕੁਝ, ਇੱਕ ਲੰਮੀ ਜੰਗ ਜਿਹੜੀ ਹੈ
एक कठिन जंग जी है किसानों ने जी उस वाहिगुरु अकाल पुरख की आशीर्वाद सदका ही जीती है। तो अज उन्होंने उस वाहिगुरु का अकाल पुरख का परमात्मा का शुकराना करने वास्ते अज जी बत्थे जथेबंदियां ने दरबार साहब विखे नतमस्तक होणगियां। तो खैर उन्होंने असीं स्वागत करते हैं, वो होना भी चाहिए क्योंकि हमेशा ही गुरु महाराज के आशीर्वाद नाल ही जीवन जरा जन सुधारण का भी सफल होता, अंदोलन भी जिते जाते हैं तो सब कुछ प्राप्तियां भी उस अकाल पुरख की मेहर सदका ही होंदियां ने। एक बार फिर किसानों की घर वापसी तो मैं उन्होंने दिली मुबारकबाद दिना। तो दूसरी खबर की असीं गल करांगे भारतीय जनता पार्टी की। भारतीय जनता पार्टी जिहड़ी बीते 1.5 साल तो पंजाब अंदर पूर्ण तौर पर बैकफुट ते सी, क्योंकि जिस तरीके नाल किसानी अंदोलन दिल्ली की रूहां ते चलदा पिया सी, पंजाब दे विच भाजपा के नेतावां दा एक जबरदस्त विरोध जिहड़ा हो रहा सी। तो ये समझा जाता सी कि शायद भाजपा जिहड़ी है पंजाब दे विच पूर्ण तौर पर खत्म हो जाएगी जां चोणां दे विच कोई भी अजिहा अपना प्रदर्शन नहीं कर सकेगी जिहो जिहा प्रदर्शन जिहड़ा दूजियां पार्टियां करदियां ने। जदों कि समय समय ते भाजपा वालों ये कहा जाता रहा कि असीं पंजाब विच 117 दी 117 सीटां ते चोण लड़ांगे ते चोणां लड़ के पंजाब च सरकार बनावांगे। और उस समय तक इस गल नूं शायद असीं भाजपा का एक सुपना समझते रहे कि भाजपा शायद एक ख्याली दुनिया च भाजपा की जी रणनीति सी वो विशेष तौर पर अंदरों अंदरी चलती पई सी। सब तो पहला भाजपा ने जिहड़े काले कानूनों को रद्द करने का ऐलान किया, पर उस तो पहला जेकर देखा जाए तो भारतीय जनता पार्टी के जिहड़े प्रधानमंत्री नरेंद्र मोदी जां उन्हां दी दिल्ली की जिहड़ी इकाई है, दिल्ली केंद्र की जिहड़ी इकाई है, सिख मसले नूं उन्होंने पूर्ण तौर पर पहल के आधार पर लेना शुरू करता सी, जिन्हां विच करतारपुर कॉरीडोर का रस्ता खोलना, 84 के दंगे नाल संबंधित जिहड़े लोग ने उन्हां दे संबंधी सजावां कोर्ट दे रही सजावां सुनाउणियां ਅਤੇ होर ਜਿਹੜੇ कुछ सिख गुरधाम ने उन्हां नाल संबंधित मुद्दों नूं एक हल करन दा जिहड़ा वो यतन जिहड़ा वो कीता जा रहा सी। ते कल अखबारां दे विच अज दीयां अखबारां जां कल दीयां अखबारां दे विच भी भाजपा वालों एक इश्तिहार जिहड़ा वो प्रकाशित किया गया और उस इश्तिहार दे विच खास तौर पर की है कि नरेंद्र मोदी सरकार वालों जिहड़ा समय समय के सिख मसलियां दे नाल संबंधित जिहड़े काम कीते गए ने उन्हां दा कल्ले कल्ले दा वेरवा जिहड़ा वो दिता गया और नाल बकायदा तौर पर नरेंद्र मोदी हुण दी फोटो जिहड़ी है श्री गुरु ग्रंथ साहब अगे नतमस्तक होंदियां दी दिखाई गई है। हुण अजिहे मौके ते अजिहा कार्ड जो नरेंद्र मोदी वालों खेडिया गया, असीं आम तौर पर भाजपा नूं असीं ये कहने कि भाजपा हमेशा हिंदुत्व का कार्ड खेडदी जां हिंदू कार्ड खेडदी है, पर जिस तरह असीं वेखिया कि सियासत का कोई धर्म नहीं होंदा, सियासत का धर्म होंदा केवल सत्ता की प्राप्ति। तो उस सत्ता की प्राप्ति तक पहुँचने वास्ते भाजपा ने यह हुण सिख कार्ड जिहड़ा पंजाब दे विच खेडिया। इहो जिहा सिख कार्ड मेरा नहीं ख्याल कभी श्रोमणी अकाली दल ने खेडिया। श्रोमणी अकाली दल जिहड़ी आ वो 84 के दंगे दूजिਆਂ की गल करती है, अकाल तख्त साहब ढाता, ये करता वो करता। शायद श्रोमणी अकाली दल कोल ना तो पंजाब का रोड मैप देने की कोई गल हैगी है तो ना ही कुछ अजे कुछ है जिस करके श्रोमणी अकाली दल की जी स्थिति है वो पंजाब च दिनों दिन इहो जी है, ये तो लोग जानते नहीं, शायद वो साडा इस खबर का चर्चा का विषय नहीं है। तो भारतीय जनता पार्टी वालों इस चीज़ को जिहड़ा इश्तिहार जिहड़ा दिता गया अखबारों के विच वो सिख मुद्दों के हल करने के एक रूप च दिखाया गया। कहने का साफ अर्थ है कि भाजपा सिख कार्ड जिहड़ा पंजाब दे विच खेडण दे मूड च, सिख कार्ड बिना का पंथक कार्ड जिहड़ा है वो पंथक कार्ड जिहड़ा हमेशा श्रोमणी अकाली दल खेडदा रहा, पर इस वे वो पंथक कार्ड सीधे रूप के इस तरह लगता कि भाजपा जी इत्थे आ रही है, क्योंकि बीते दिनों के भाजपा ने मनजिंदर सिंह सरसा वर्गे जिहड़े दिल्ली गुरुद्वारा प्रबंधक कमेटी के प्रधान से उन्होंने भी अपनी पार्टी च लाया। होर जिहड़े सिख लीडर ने जां सिख अफसर जिहड़े रह चुके हैं, खास तौर पर पगड़ीधारी सिखां भाजपा जी अपनी पार्टी लै रही है। तो ये भी पता लगा कि 20 दिसंबर तक भाजपा वड्डे पद्धर के कांग्रेस भी सेंध जी ला सकती है। सो ये सिख कार्ड खेडना और सिख मुद्दे या सिख खास तौर पर धार्मिक जोड़े मुद्दे ने जिस तरीके नरेंद्र मोदी को पेश किया जाए धार्मिक मुद्दों के दूसरे नाल ही दूजे पासे किसान अंदोलन को खत्म करके किसानों दी मंगां मन के किसानों के अपनी एक थां वधाउणी ये भाजपा की विशेष रणनीति है। भाजपा की जिस के आधार पर पंजाब के हुण चोणां लड़न के मूड च हैगी है, क्योंकि वेख्या जाए तो पंजाब किसान जिहड़े ने बहुतात सिखां मतलब सिख धर्म नाल संबंधित ने, हिंदू भी ने, पर ज़्यादातर जी बहुतात है वो सिखां दी है।
ਤਾਂ ਸਿੱਖਾਂ ਦੇ ਮਸਲਿਆਂ ਨੂੰ ਜਿਹੜੇ ਧਾਰਮਿਕ ਮਸਲੇ ਨੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਕਿ ਇਸ਼ਤਿਹਾਰ ਭਾਜਪਾ ਨੇ ਦਿੱਤਾ। ਕੱਲੇ ਕੱਲੇ ਗੁਰਦੁਆਰੇ ਦੀ ਕੱਲੇ ਕੱਲੇ ਮੁੱਦਿਆਂ ਦੀ ਉਸ ਵਿੱਚ ਬਰੀਕੀ ਨਾਲ ਜਿਹੜਾ ਉਹ ਵਰਣਨ ਕੀਤਾ ਗਿਆ, ਬਕਾਇਦਾ ਸਕੈਨ ਕੋਡ ਦਿੱਤਾ ਗਿਆ ਕਿ ਔਰ ਨਰਿੰਦਰ ਮੋਦੀ ਨੂੰ ਦਰਸਾਇਆ ਗਿਆ। ਤੇ ਹੁਣ ਦੂਜੇ ਪਾਸੇ ਕਿਸਾਨਾਂ ਦੀਆਂ ਮੰਗਾਂ ਵੀ ਜਿਹੜੀਆਂ ਉਹ ਹੱਲ ਕਰਦੀਆਂ ਗਈਆਂ ਨੇ। ਸੋ ਆਉਂਦਿਆਂ ਦਿਨਾਂ ਦੇ ਵਿੱਚ ਭਾਜਪਾ ਦਾ ਇਹ ਜਿਹੜੀ ਰਣਨੀਤੀ ਹੈ ਕੀ ਰੰਗ ਲੈਂਦੀ ਇਹ ਸਾਹਮਣੇ ਹੌਲੀ ਹੌਲੀ ਜਿਹੜੀ ਸਪਸ਼ਟ ਹੋ ਜਾਵੇਗੀ। ਪਰ 2022 ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਕੀ ਇਹ ਰਣਨੀਤੀ ਭਾਜਪਾ ਦੀ ਜਿਹੜੀ ਹੈ ਜੋ ਉਹਨਾਂ ਵੱਲੋਂ ਖੇਡੀ ਜਾ ਰਹੀ ਹੈ ਕੀ ਉਹਨਾਂ ਨੂੰ ਸੱਤਾ ਦੀ ਕੁਰਸੀ ਤੱਕ ਪਹੁੰਚਾ ਸਕਦੀ ਹੈ, ਜਾਂ ਪੰਜਾਬ ਦੇ ਵਿੱਚ ਅਜਿਹਾ ਕੋਈ ਮਾਹੌਲ ਪੈਦਾ ਕਰ ਸਕਦੀ ਹੈ ਜਿਹਦੇ ਨਾਲ ਭਾਜਪਾ ਆਪਣੀ ਡਿੱਗੀ ਸਾਖ ਨੂੰ ਮੁੜ ਬਹਾਲ ਕਰ ਸਕੇ। ਇਹ ਕੁਝ ਚੰਦ ਪ੍ਰਸ਼ਨ ਨੇ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਸਭ ਦੇ ਬਾਵਜੂਦ ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਨੇ ਜਿਹੜੀ ਚਾਲ ਚੱਲੀ ਹੈ ਜਾਂ ਜਿਸ ਤਰੀਕੇ ਨਾਲ ਉਹ ਸਿਆਸਤ ਦੀਆਂ ਗੋਟੀਆਂ ਫਿੱਟ ਕਰਦੀ ਪਈ ਹੈ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਅਕਤੀ ਨੂੰ ਨਾਲ ਲਾ ਰਿਹਾ, ਦੂਜੇ ਪਾਸੇ ਸੰਯੁਕਤ ਅਕਾਲੀ ਦਲ ਜਿਹੜਾ ਢੀਂਡਸਾ ਹੋਣਾ ਦਾ ਉਹਦੇ ਨਾਲ ਸਮਝੌਤਾ, ਤਾਂ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਾਫੀ ਉਹਨੂੰ ਨੁਕਸਾਨ ਦੇ ਜਿਹੜਾ ਉਹ ਸਾਬਤ ਕਰਵਾ ਸਕਦੀਆਂ ਨੇ ਜਾਂ ਉਹਨਾਂ ਨੂੰ ਨੁਕਸਾਨ ਪਹੁੰਚੇਗਾ। ਕਿਉਂਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪੰਥਕ ਮੁੱਦਿਆਂ ਤੇ ਜਾਂ ਧਾਰਮਿਕ ਮੁੱਦਿਆਂ ਤੇ ਰਾਜਨੀਤੀ ਕਰਦਾ ਰਿਹਾ ਜਾਂ ਸਿਆਸਤ ਕਰਦਾ ਰਿਹਾ। ਹੁਣ ਉਸੇ ਮੁੱਦੇ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ ਹੱਥਾਂ ਜਿਹੜੇ ਉਹ ਲੈਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਹ ਕੁਝ ਅਹਿਮ ਪ੍ਰਸ਼ਨ ਨੇ ਜਿਹੜਾ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਤੀਜੀ ਖਬਰ ਦੀ ਜਿਹੜੀ ਚਰਚਾ ਕਰਨੀ ਹੈ ਉਹ ਹੈ ਸੁਖਬੀਰ ਸਿੰਘ ਬਾਦਲ ਹੋਣਾ ਦੀ। ਕੱਲ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਇੱਕ ADGP ਰਾਕੇਸ਼ ਅਸਥਾਨਾ ਦੀ ਜਿਹੜੇ ਮੈਡੀਕਲ ਛੁੱਟੀ ਤੇ ਚਲੇ ਗਏ ਨੇ। ਤਾਂ ਮੈਡੀਕਲ ਛੁੱਟੀ ਤੇ ਜਾਣ ਤੇ ਉਹਨਾਂ ਦਾ ਕਾਰਨ ਕੀ ਸੀ ਜਾਂ ਕੀ ਨਹੀਂ, ਅਸੀਂ ਇਹ ਚਰਚਾ ਕੀਤੀ ਸੀ ਕਿ ਜਿਉਂ ਡਰੱਗ ਦਾ ਮੁੱਦਾ ਸ਼ੁਰੂ ਹੋ ਰਿਹਾ, ਡਰੱਗ ਦੇ ਮੁੱਦੇ ਤੇ ਸੁਣਵਾਈ ਹੋ ਰਹੀ ਹੈ, ਤਾਂ ਦਿਨੋਂ ਦਿਨ ਇਹ ਸਮਝਿਆ ਜਾ ਰਿਹਾ ਕਿ ਕਿਸੇ ਵਕਤ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਇਸ ਡਰੱਗ ਦੇ ਮਸਲੇ ਵਿੱਚ ਕਥਿਤ ਨਾਮ ਨੇ ਜਿਹਨਾਂ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਨਹੀਂ ਆਉਂਦਾ, ਉਹਨਾਂ ਉੱਤੇ ਕੋਈ ਕਾਨੂੰਨੀ ਸਕੰਜਾ ਕੱਸਿਆ ਜਾ ਸਕਦਾ। ਈਵਨ ਕਿ ਇਹਦੇ ਸੰਬੰਧੀ ਬਿਕਰਮਜੀਤ ਸਿੰਘ ਮਜੀਠੀਆ ਹੁਣੀ ਵੀ ਬਾਰ-ਬਾਰ ਬਿਆਨ ਦੇ ਚੁੱਕੇ ਆ, ਸੁਖਬੀਰ ਬਾਦਲ ਹੁਣੀ ਵੀ ਇਸ ਸੰਬੰਧੀ ਬੋਲ ਚੁੱਕੇ ਆ। ਪਰ ਜਿਸ ਤਰੀਕੇ ਦੇ ਨਾਲ ਅਸਥਾਨਾ ਦਾ ਜਿਹੜੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਸੀ ਔਰ ADGP ਦੇ ਅਹੁਦੇ ਤੇ ਸੀ, ਉਹ ਮੈਡੀਕਲ ਛੁੱਟੀ ਤੇ ਚਲੇ ਗਏ। ਉਸ ਤੋਂ ਪਹਿਲਾਂ ਵੀ ਵਰਿੰਦਰ ਕੁਮਾਰ ਔਰ ਇੱਕ ਹੋਰ ਅਫਸਰ ਜਿਹੜੇ ਨੇ ਉਹ ਛੁੱਟੀ ਤੇ ਜਾ ਚੁੱਕੇ ਨੇ, ਜਿਹੜੇ ਇਹਨਾਂ ਨਾਲ ਡਰੱਗ ਦੇ ਮਸਲਿਆਂ ਨਾਲ ਸੰਬੰਧਿਤ ਨੇ ਜਾਂ ਜਾਂਚ ਕਰਦੇ ਨੇ। ਤਾਂ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ, ਤਾਂ ਉਸੇ ਪ੍ਰੋਗਰਾਮ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਉਸੇ ਗੱਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਇਹ ਬਿਆਨ ਜਿਹੜਾ ਇੱਕ ਸਾਹਮਣੇ ਆਇਆ। ਉਹਨਾਂ ਨੇ ਇੱਕ ਰੈਲੀ ਦੌਰਾਨ ਇਹ ਗੱਲ ਕਹੀ ਕਿ ਸਰਕਾਰ ਜਿਹੜੀ ਆ ਇਹਨਾਂ ਅਫਸਰਾਂ ਤੇ ਦਬਾਅ ਬਣਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਜਾਏ। ਪਰ ਜਿਹੜੇ ਅਫਸਰ ਨੇ ਉਹ ਸਰਕਾਰ ਦੇ ਇਸ ਗਲਤ ਕੰਮ ਵਿੱਚ ਸ਼ਰੀਕ ਨਹੀਂ ਹੋ ਰਹੇ, ਤਾਂ ਉਹ ਕੀ ਕਰ ਰਹੇ ਆ, ਤਾਂ ਉਹ ਛੁੱਟੀ ਲੈ ਕੇ ਇਸ ਲਾਈਮਲਾਈਟ ਤੋਂ ਲਾਂਭੇ ਜਾ ਰਹੇ ਨੇ। ਸੁਖਬੀਰ ਬਾਦਲ ਨੇ ਇਹ ਗੱਲ ਕਹੀ ਔਰ ਸੁਖਬੀਰ ਬਾਦਲ ਨੇ ਕਹੀ ਕਿ ਇਹਦੇ ਨਾਲ ਜੋ ਅਸੀਂ ਬਿਆਨ ਦੇ ਰਹੇ ਹਾਂ ਬੀਤੇ ਦਿਨਾਂ ਤੋਂ, ਉਹ ਤੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅਫਸਰਾਂ ਤੇ ਚੰਨੀ ਸਰਕਾਰ, ਖਾਸ ਤੌਰ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਧਾਵਾ ਦਾ ਨਾਮ ਲਿਆ ਕਿ ਇਹ ਕਿਸ ਤਰੀਕੇ ਨਾਲ ਅਫਸਰਾਂ ਤੇ ਦਬਾਅ ਬਣਾ ਰਹੇ ਆ ਤੇ ਅਫਸਰ ਉਸ ਦਬਾਅ ਦੀ ਤਹਿਤ ਹੀ ਕੋਈ ਕਾਰਵਾਈ ਕਰਨ ਦੀ ਬਜਾਏ ਛੁੱਟੀ ਲੈ ਕੇ ਜਾ ਰਹੇ ਨੇ। ਤਾਂ ਇਸ ਬਿਆਨ ਨੇ ਕਾਫੀ ਜਿਹੜੀ ਹਲਚਲ ਹੈ ਸਿਆਸਤ ਦੇ ਵਿੱਚ ਹਲਚਲ ਮਚਾਈ ਹੈ, ਕਿਉਂਕਿ ਇਹ ਬਿਆਨ ਜਿਹੜਾ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਮਹੱਤਵਪੂਰਨ ਬਿਆਨ ਹੈ। ਜਿਸ ਤਰੀਕੇ ਨਾਲ ਅਸੀਂ ਕੱਲ੍ਹ ਵੀ ਆਪਣੇ ਸਵੇਰ ਦੇ ਪ੍ਰੋਗਰਾਮ 'ਚ ਜਿਹੜੀ ਚਰਚਾ ਜਿਹੜੀ ਉਹ ਕੀਤੀ ਸੀ। ਹੁਣ ਇਸ ਬਿਆਨ ਦੇ ਪਿੱਛੇ ਸੱਚਾਈ ਕੀ ਹੈ ਜਾਂ ਕੀ ਨਹੀਂ, ਇਹ ਤਾਂ ਉਹ ਅਫਸਰ ਜਾਣਦੇ ਨੇ ਜਿਹੜੇ ਛੁੱਟੀ ਤੇ ਜਾਂਦੇ ਨੇ, ਜਾਂ ਸਰਕਾਰ ਦੀ ਮਨਸ਼ਾ ਕੀ ਹੈ ਇਹ ਤਾਂ ਉਹ ਲੋਕ ਜਾਣਦੇ ਨੇ। ਪਰ ਇਹਨਾਂ ਬਿਆਨਾਂ ਦੇ ਨਾਲ ਜਾਂ ਛੁੱਟੀ ਤੇ ਜਾਣ ਨਾਲ ਇਹ ਸੰਸ਼ੇ ਜਿਹੜੇ ਨੇ ਸੁਭਾਵਿਕ ਉੱਠਣੇ ਸੁਭਾਵਿਕ ਹੀ ਉੱਠਦੇ ਨੇ ਕਿ ਫਿਰ ਅਫਸਰਾਂ ਨੇ ਇਸੇ ਟਾਈਮ ਨੂੰ ਛੁੱਟੀ ਤੇ ਕਿਉਂ ਜਾਣਾ, ਕਿਉਂਕਿ ਇੱਕ ਪਾਸੇ ਦਾ ਕੋਡ ਆਫ ਕੰਡਕਟ ਲੱਗਣ ਦੇ ਵਿੱਚ ਮਹਿਜ਼ 20 ਜਾਂ 22 ਦਿਨ ਰਹਿ ਗਏ ਨੇ। ਤਾਂ ਇਹਨਾਂ 20-22 ਦਿਨਾਂ ਦੇ ਵਿੱਚ ਸਰਕਾਰ ਜਿਹੜੀ ਚੰਨੀ ਸਰਕਾਰ ਹੈ ਇਹ ਵੀ ਆਪਣੀ ਇੱਕ ਅਜਿਹੀ ਪਹਿਚਾਣ ਬਣਾਉਣ ਦੇ ਯਤਨਾਂ 'ਚ ਕਿ ਜਿਹਦੇ ਨਾਲ 2022 ਦੀਆਂ ਚੋਣਾਂ 'ਚ ਫੈਸਲਾ ਕੋਈ ਉਹਨਾਂ ਨੂੰ ਫਾਇਦਾ ਹੋ ਸਕੇ। ਤੇ ਡਰੱਗ ਦਾ ਮੁੱਦਾ ਔਰ ਬੇਅਦਬੀ ਦਾ ਮੁੱਦਾ ਅਜਿਹਾ ਮੁੱਦਾ ਜਿਹਦੇ ਉੱਤੇ ਇਹ ਅਫਸਰਸ਼ਾਹੀ ਜਿਹੜੀ ਆ, ਮਾਫ਼ ਕਰਤਾ, ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਗ੍ਰਹਿ ਮੰਤਰੀ ਇਹ ਕੈਪਟਨ ਸਰਕਾਰ ਨੂੰ ਘੇਰਦੇ ਰਹੇ ਨੇ। ਤਾਂ ਜੇਕਰ 4.5 ਸਾਲ ਦਾ ਕੈਪਟਨ ਸਰਕਾਰ ਨੇ ਕੁਝ ਉਹਨਾਂ ਮੁੱਦਿਆਂ ਤੇ ਨਹੀਂ ਕੀਤਾ, ਤਾਂ ਇਹ ਜਿਹੜੇ ਕੁਝ ਇਹਨਾਂ ਮੁੱਦਿਆਂ ਤੇ ਕੋਈ ਕਾਰਵਾਈ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਇਹ ਸੰਦੇਸ਼ ਦੇਣ ਦੇ ਯਤਨਾਂ 'ਚ ਨੇ ਕਿ ਅਸੀਂ ਬੜੇ ਇਹਨਾਂ ਮੁੱਦਿਆਂ ਤੇ ਗੰਭੀਰ ਹਾਂ। ਇਹ ਇਹਨਾਂ ਦੀ ਜਿਹੜੀ ਹੈਗੀ ਆਮ ਤੌਰ ਜਿਸ ਤਰੀਕੇ ਨਾਲ ਕੱਲ੍ਹ ਵੀ ਸੁਖਜਿੰਦਰ ਸਿੰਘ ਰੰਧਾਵੇ ਦਾ ਬਿਆਨ ਹੈ ਕਿ ਜੇ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਕੈਪਟਨ ਨੂੰ ਫੜ ਕੇ ਅੰਦਰ ਕਰ ਦੇਣਾ ਹੈ,
ਇੱਥੋਂ ਤੱਕ ਉਹਨਾਂ ਨੇ ਜਿਹੜਾ ਉਹ ਬਿਆਨ ਜਿਹੜਾ ਉਹ ਦਿੱਤਾ। ਤਾਂ ਕਹਿਣ ਦਾ ਅਰਥ ਹੈ ਕਿ ਕੁਝ ਅਫਸਰਾਂ ਤੇ ਅਸੀਂ ਕਹਿ ਸਕਦੇ ਕਿ ਅਫਸਰਾਂ ਦੇ ਉੱਤੇ ਇੱਕ ਦਬਾਅ ਜਿਹੜਾ ਹੈ ਉਹ ਜਾ ਰਿਹਾ, ਜਾਂ ਦਬਾਅ ਦੀ ਨੀਤੀ। ਸੁਖਬੀਰ ਬਾਦਲ ਦੇ ਜਿਹੜਾ ਬਿਆਨ ਹੈ ਕੁਝ ਹੱਦ ਤੱਕ ਇਹ ਠੀਕ ਲੱਗਦਾ ਕਿ ਸ਼ਾਇਦ ਇਸੇ ਹੀ ਕਾਰਨ ਅਫਸਰ ਛੁੱਟੀ ਤੇ ਜਾ ਰਹੇ ਹੋਣ। ਤੇ ਬਾਕੀ ਦੂਜੇ ਪਾਸੇ ਇਸ ਤਸਵੀਰ ਦਾ ਦੂਜਾ ਪੱਖ ਇਹ ਵੀ ਆ ਕਿ ਇੱਕ ਅਫਸਰ ਦੇ ਛੁੱਟੀ ਦੇ ਨਾਲ ਜਾਂ 2-3 ਅਫਸਰਾਂ ਦੀ ਛੁੱਟੀ ਦੇ ਨਾਲ ਜਾਣ ਨਾਲ, ਅਫਸਰ ਤਾਂ ਉਹ ਡੀਜੀਪੀ ਪੱਧਰ ਦੇ ਅਧਿਕਾਰੀ ਨੇ, ਤਾਂ ਜਿਹੜੀ ਕਾਰਵਾਈ ਕਰਦੇ ਹੋ ਤਾਂ ਸਬ ਇੰਸਪੈਕਟਰ ਲੈਵਲ ਦਾ ਵੀ ਇੰਸਪੈਕਟਰ ਜੇਕਰ ਚਾਹੇ ਤਾਂ ਥਾਣੇ ਦਾ ਇੱਕ ਏਐਸ ਡਿਊਟੀ ਅਫਸਰ ਆ ਉਹ ਵੀ ਕਿਸੇ ਦੇ ਖਿਲਾਫ ਇੱਕ ਅਜਿਹੀ FIR ਦਰਜ ਕਰ ਦੇਵੇ ਤਾਂ ਉਹ ਸਾਰੀ ਉਮਰ ਉਹ ਲੱਥਦੀ ਨਹੀਂ ਉਹਦੇ ਕੋਲੋਂ ਕਿ ਜਿੰਨਾ ਚਿਰ ਤੱਕ ਕੋਰਟ ਉਹਦੇ ਸੰਬੰਧੀ ਕੋਈ ਫੈਸਲਾ ਨਾ ਦੇਵੇ। ਸੋ ਸੁਖਬੀਰ ਬਾਦਲ ਹੋਣਾ ਦੇ ਬਿਆਨ ਵੀ ਕੁਝ ਹੱਦ ਤੱਕ ਸਿਆਸੀ ਨੇ ਕਿ ਜੇਕਰ ਸਰਕਾਰ ਨੇ ਕਾਰਵਾਈ ਕਰਨੀ ਹੈ ਤਾਂ ਫਿਰ ਉਹ ਇੱਕ ਸਬ ਇੰਸਪੈਕਟਰ ਕੋਲ ਵੀ ਕਰਵਾ ਸਕਦੀ ਹੈ। ਪਰ ਇਹਦੇ ਨਾਲ ਮੈਨੂੰ ਇੱਕ ਹੋਰ ਇੱਕ ਜਿਹੜਾ ਸੀਨ, ਇੱਕ ਗੱਲ ਜਿਹੜੀ ਉਹ ਯਾਦ ਆ ਰਹੀ ਹੈ। ਉਹ ਸੀਨ ਮੈਂ ਤਾਂ ਕਿਹਾ ਕਿ ਉਹ ਉਸ ਵੇਲੇ ਉਹ ਦ੍ਰਿਸ਼ ਜਿਹੜਾ TV ਤੇ ਦਿਖਾ ਸੀ। ਮੈਂ ਕੋਈ ਗੱਲ ਇਹ 2000 ਦੀ ਲੱਗ ਚੱਕੀ ਦੀ ਕਰਨ ਲੱਗਾ ਕਿ ਤਾਮਿਲਨਾਡੂ ਦੇ ਵਿੱਚ ਉਸ ਵੇਲੇ ਬੀਬੀ ਜੈ ਲਲਿਤਾ ਦੀ ਸਰਕਾਰ ਸੀ ਤੇ ਕਰੁਣਾਨਿਧੀ ਉਸ ਵੇਲੇ ਸਾਬਕਾ ਮੁੱਖ ਮੰਤਰੀ ਸੀ। ਤਾਂ ਰਾਤ ਦੇ 3 ਵਜੇ ਮੁੱਖ ਮੰਤਰੀ ਦੇ ਘਰ ਕਰੁਣਾਨਿਧੀ ਨੂੰ ਜੈ ਲਲਿਤਾ ਦੀ ਪੁਲਿਸ ਨੇ ਗ੍ਰਿਫਤਾਰ ਜਿਹੜਾ ਉਹ ਕੀਤਾ ਹੈ। ਤਾਂ ਜਿਹੜੇ ਹਾਲਤ 'ਚ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ, ਚੁੱਕਿਆ ਸੀ ਉਹਦੇ ਘਰੋਂ ਜਾ ਕੇ, ਉਹਦਾ ਜੋ TV ਤੇ ਜੋ ਉਹਦਾ ਟੈਲੀਕਾਸਟ ਕੀਤਾ ਗਿਆ ਉਹ ਅੱਜ ਤੱਕ ਕਦੀ ਹੋਰ ਕਿਸੇ ਨੇਤਾ ਦਾ ਨਹੀਂ ਹੋਇਆ। ਉਹ ਬੜੀ ਨਿੱਜੀ ਪੱਧਰ ਦੀ ਲੜਾਈ ਜੈ ਲਲਿਤਾ ਨੇ ਕਰੁਣਾਨਿਧੀ ਹੋਣਾ ਨਾਲ ਲਈ ਸੀ। ਤਾਂ ਉਹੋ ਜਿਹੇ ਦ੍ਰਿਸ਼ ਜਿਹੜੇ ਨੇ ਜਦੋਂ ਇਹੋ ਜਿਹੀਆਂ ਗੱਲਾਂ ਪੰਜਾਬ ਦੇ ਵਿੱਚ ਅਜਿਹੇ ਲੀਡਰ ਕਰਦੇ ਨੇ ਤਾਂ ਮੈਨੂੰ ਉਹ ਵੀ ਦ੍ਰਿਸ਼ ਕੁਝ ਯਾਦ ਆਉਂਦੇ ਨੇ ਕਿ ਜਿਹੜੇ ਬੀਤੇ ਸਮੇਂ ਜੇ ਵਾਕਿਆ ਹੀ ਅਜਿਹਾ ਹੋਇਆ ਹੁੰਦਾ ਤੇ ਜਾਂ ਚੰਨੀ ਸਰਕਾਰ ਨੇ ਕਰਨਾ ਹੁੰਦਾ ਜਾਂ ਕੈਪਟਨ ਸਰਕਾਰ ਨੇ ਕਰਨਾ ਹੁੰਦਾ ਤਾਂ ਜ਼ਰੂਰ ਹੁਣ ਤੱਕ ਅਜਿਹੇ ਦ੍ਰਿਸ਼ ਪੰਜਾਬ 'ਚ ਵੀ ਵੇਖਣ ਨੂੰ ਮਿਲ ਸਕਦੇ ਸੀ। ਪਰ ਅਜਿਹੀਆਂ ਗੱਲਾਂ ਕੇਵਲ ਔਰ ਕੇਵਲ ਸਿਆਸੀ ਰੋਟੀਆਂ ਸੇਕਣ ਨੂੰ ਹੁੰਦੀਆਂ ਨੇ। ਨਾ ਤਾਂ ਸੁਖਬੀਰ ਬਾਦਲ ਜਾਂ ਤੇ ਨਾ ਹੀ ਬਿਕਰਮਜੀਤ ਸਿੰਘ ਮਜੀਠੀ ਦੇ ਖਿਲਾਫ ਕੋਈ ਕਾਰਵਾਈ ਕੈਪਟਨ ਸਾਹਿਬ ਨੇ ਕੀਤੀ ਤੇ ਨਾ ਹੀ ਹੁਣ ਕਿਸੇ ਨੇ ਗਾਂਹ ਕਰਨੀ ਆ। ਇਹ ਕੇਵਲ ਔਰ ਕੇਵਲ 20-25 ਦਿਨਾਂ ਦਾ ਰੌਲਾ ਹੈਗਾ। ਇਹਨਾਂ ਰੌਲਿਆਂ ਦੇ ਵਿੱਚ ਹੀ ਇਹ ਕੰਮ ਜਿਹੜਾ ਇਹ ਸਮਾਪਤ ਹੋ ਜਾਣਾ। ਖੈਰ, ਇਹ ਸਨ ਅੱਜ ਦੀਆਂ ਕੁਝ ਅਹਿਮ ਤੇ ਮਹੱਤਵਪੂਰਨ ਖਬਰਾਂ ਜਿਨ੍ਹਾਂ ਦਾ ਜ਼ਿਕਰ ਅਸੀਂ ਆਪਣੇ ਇਸ ਪ੍ਰੋਗਰਾਮ ਦਰਮਿਆਨ ਕੀਤਾ। ਬਾਕੀ ਅੱਜ ਸਾਰੇ ਦਿਨ ਦੀਆਂ ਸਿਆਸੀ ਸਰਗਰਮੀਆਂ ਦੇ ਸਾਡੀ ਨਜ਼ਰ ਬਣੀ ਰਹੇਗੀ ਤਾਂ ਉਹਨਾਂ ਸੰਬੰਧੀ ਅਸੀਂ ਸ਼ਾਮ ਨੂੰ ਸਾਂਝ ਪਾਉਂਦੇ ਹੋਏ ਦਰਸ਼ਕਾਂ ਦੇ ਇੱਕ ਵਾਰ ਫਿਰ ਰੂਬਰੂ ਹੋਵਾਂਗੇ। ਸ਼ਾਮ ਨੂੰ ਰੂਬਰੂ ਹੋਵਾਂਗੇ। ਉਦੋਂ ਤੱਕ ਵੇਖਦੇ ਰਹੋ ਲੋਕ ਰਾਜ। ਮਨਜੀਤ ਤਿਰਕੀ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।